ਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓ ਚੌਪਈ ਸੋਈ ਭਗਤ ਸੰਤ ਸੋ ਗਿਆਨੀ, ਸੋਈ ਤਤ ਬੇਤਾ ਗੁਣ ਖਾਨੀ। ਧੰਨ ਪੁਰਖ ਤਿਨ ਲੀਨ ਸਲਾਹਾ, ਬਿਨ ਇਕ ਜਾਣੇ ਅਖਿਲ ਫਨਾਹਾ। ਸੋਈ ਭਗਤ ਸੰਤ ਸੋ ਗਿਆਨੀ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ। ਧੰਨ ਧੰਨ ਸਤਿਗੁਰੂ ਗਰੀਬ ਨਵਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਸਿਰ ਝੁਕਾ ਕੇ ਗੱਜ ਕੇ ਕਹੋ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਈਮਾਨ ਸੰਗਤ ਜੀ, ਆਪ ਜੀ ਬੜੇ ਹੀ ਪਿਆਰ ਦੇ ਨਾਲ ਸਤਿਗੁਰਾਂ ਦੀ ਪਾਵਨ ਪਵਿੱਤਰ ਹਾਜ਼ਰੀ ਵਿੱਚ ਸੱਜ ਕੇ ਗੁਰਬਾਣੀ ਜੀ ਦਾ ਕੀਰਤਨ ਉਪਰੰਤ ਰਹਿਰਾਸ ਸਾਹਿਬ ਜੀ ਦੇ ਪਾਠ ਆਪ ਜੀ ਨੇ ਸਰਵਣ ਕੀਤੇ ਹਨ। ਮਹਾਰਾਜ ਜੀ ਦੀ ਬਾਣੀ ਦਾ ਪਵਿੱਤਰ ਮੁੱਖ ਵਾਕ ਪਾਠ ਆਪ ਜੀ ਨੇ ਸਰਵਣ ਕੀਤਾ। ਮਿਰਤਕ ਕਉ ਪਾਇਓ ਤਨ ਸਾਸਾ, ਵਿਛਰਤ ਆਨ ਮਿਲਾਇਆ। ਇਹ ਮੁੱਖ ਵਾਕ ਆਪ ਜੀ ਨੇ ਸਰਵਣ ਕੀਤਾ। ਹੁਣ ਆਪਾਂ ਲੜੀਵਾਰ ਕਥਾ ਗੁਰੂ ਜੀ ਦਾ ਪਵਿੱਤਰ ਇਤਿਹਾਸ ਉਸ ਨੂੰ ਸਰਵਣ ਕਰਨਾ ਹੈ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮੇਰੀ ਪੀਰੀ ਦੇ ਮਾਲਕ, ਦਲ ਭੰਜਨ ਗੁਰ ਸੂਰਮੇ, ਵੱਡ ਜੋਧੇ ਪਰਉਪਕਾਰੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਆਪ ਜੀ ਸਿੱਖ ਸੰਗਤ ਬੜੇ ਹੀ ਪਿਆਰ ਦੇ ਨਾਲ ਹਰ ਰੋਜ਼ ਸਰਵਣ ਕਰਦੇ ਹੋ। ਸੰਗਤ ਜੀ ਆਪ ਜੀ ਨੇ ਸਰਵਣ ਕੀਤਾ। ਜਹਾਂਗੀਰ ਬਾਦਸ਼ਾਹ, ਵਜ਼ੀਰ ਖਾਂ ਤੇ ਕਿੰਚ ਬੇਗ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਲੈਣ ਵਾਸਤੇ ਭੇਜਦਾ ਹੈ। ਮਹਾਰਾਜ ਜੀ ਕਰਨ ਕਰਾਉਣ ਹਾਰ ਹਨ। ਸਾਰੇ ਬਚਨਾਂ ਦਾ ਪਤਾ ਆਉਣ ਵਾਲੇ ਸਮੇਂ ਵਿੱਚ ਕੀ ਵਰਤਾਰਾ ਵਰਤਣਾ। ਸੱਚੇ ਪਾਤਸ਼ਾਹ ਦਿੱਲੀ ਪਹੁੰਚਦੇ ਹਨ। ਜਦੋਂ ਮਹਾਰਾਜ ਦਿੱਲੀ ਪਹੁੰਚੇ, ਦਿੱਲੀ ਪਹੁੰਚਣ 'ਤੇ ਜੋ ਜੋ ਹੋਇਆ ਉਹ ਆਪ ਜੀ ਨੇ ਸਰਵਣ ਕੀਤਾ ਜੀ। ਬਾਦਸ਼ਾਹ ਇਹ ਸੁਣ ਕੇ ਬਹੁਤ ਖੁਸ਼ ਹੋਇਆ ਕਿ ਸੱਚੇ ਪਾਤਸ਼ਾਹ ਦਿੱਲੀ ਪਹੁੰਚ ਗਏ ਹਨ। ਕਿਉਂ? ਬਾਦਸ਼ਾਹ ਨੂੰ ਉਮੀਦ ਨਹੀਂ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਦਿੱਲੀ ਆਉਣਗੇ, ਪਰ ਮਹਾਰਾਜ ਦਿੱਲੀ ਆਏ ਹਨ। ਬਾਦਸ਼ਾਹ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਇਆ ਹੈ। ਦਿੱਲੀ ਦੀਆਂ ਬਹੁਤ ਸਾਰੀਆਂ ਸੰਗਤਾਂ ਹਜ਼ੂਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੀਆਂ ਹਨ। ਮਜਨੂ ਟਿੱਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਸਣ ਲਾਇਆ। ਮਜਨੂ ਟਿੱਲੇ ਸਾਧ ਸੰਗਤ ਦੀ ਇੱਕ ਸੰਤ ਰਹਿੰਦਾ। ਉਸ ਸੰਤ ਨੇ ਦੇਖਿਆ ਸਾਰੇ ਇਕਾਂਤ ਵਿੱਚ ਹੋ ਗਏ ਹੈ, ਸਾਰੇ ਸੌਂ ਗਏ ਨੇ। ਫਿਰ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਗਿਆ। ਮਹਾਰਾਜ ਜੀ ਦੇ ਸੋਹਣੇ ਰੂਪ ਦੇ ਦਰਸ਼ਨ ਕਰਕੇ ਉਹ ਸੰਤ ਬੜਾ ਖੁਸ਼ ਹੋਇਆ। ਉਸ ਸੰਤ ਨੇ ਸੱਚੇ ਪਾਤਸ਼ਾਹ ਜੀ ਨੂੰ ਕੁਝ ਸਵਾਲ ਕੀਤੇ ਜੀ। ਜਿੱਥੇ ਉਹ ਰੁਕਿਆ ਹੋਇਆ ਸੀਗਾ
ਉੱਥੋਂ ਮਹਾਰਾਜ ਗਰੀਬ ਨਵਾਜ ਜੀ ਨੇ ਉਹਨੂੰ ਅੱਗੇ ਤੋਰਿਆ ਜੀ। ਚੇਤਾ ਰੱਖਿਓ, ਧਾਰਮਿਕ ਰਸਤੇ 'ਤੇ ਵੀ ਬੰਦਾ ਰੁਕ ਜਾਂਦਾ ਹੈ। ਜਿਵੇਂ ਬਾਹਰ ਦੀ ਕਮਾਈ ਕਰਦਿਆਂ ਕਿਸੇ ਪਦਵੀ 'ਤੇ ਬੰਦੇ ਨੇ ਜਾਣਾ ਹੋਵੇ, 100 ਅੜਚਣਾਂ ਆਉਂਦੀਆਂ ਨੇ, ਪੜ੍ਹਾਈ ਕਰਨੀ ਪੈਂਦੀ ਹੈ। ਕਈ ਵਾਰੀ ਗੱਲ ਹੀ ਬੰਦੇ ਦੇ ਦਿਮਾਗ ਵਿੱਚ ਨਹੀਂ ਪੈਂਦੀ ਅਤੇ ਪੇਪਰ ਪਾਸ ਨਹੀਂ ਹੁੰਦਾ ਉਹਦੇ ਕੋਲੋਂ ਜੀ। ਹਾਂਜੀ, ਕਈ ਵਾਰੀ ਪੇਪਰ ਵੀ ਪਾਸ ਹੋ ਗਿਆ, ਪਦਵੀ 'ਤੇ ਬੈਠਣ ਤੋਂ ਪਹਿਲਾਂ ਦੁਨੀਆ ਦੇ ਲੋਕ ਲੱਤਾਂ ਖਿੱਚਣ ਲੱਗ ਪੈਂਦੇ ਹੈ, ਕੁਝ ਨਾ ਕੋਈ ਵਿਉਂਤਾਂ ਬਣਾਉਣ ਲੱਗ ਪੈਂਦੇ ਹੈ। ਇਸੇ ਤਰ੍ਹਾਂ ਅੰਦਰ ਦੀ ਖੇਡ ਹੈ ਸਾਰੀ। ਗੱਜ ਕੇ ਆਖੋ ਵਾਹਿਗੁਰੂ। ਅਵਸਥਾ ਪ੍ਰਾਪਤ ਹੋਣ ਵਿੱਚ ਥੋੜ੍ਹੀ ਮਿਹਨਤ ਦੀ ਲੋੜ ਹੈ ਜੀ, ਮਿਹਨਤ ਦੀ ਲੋੜ ਹੈ। ਗੁਰੂ ਨਾਨਕ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਸਾਰਿਆਂ ਵਾਸਤੇ ਆਏ ਹੈ। ਇਹਨੂੰ ਧਿਆਨ ਨਾਲ ਸੁਣਿਓ ਜੀ। ਸਾਰਿਆਂ ਵਾਸਤੇ ਸੱਚੇ ਪਾਤਸ਼ਾਹ ਆਏ ਹਨ ਜੀ। ਮਹਾਰਾਜ ਜੀ ਨੇ ਜਿਨ੍ਹਾਂ ਜਿਨ੍ਹਾਂ ਦੀ ਅਵਸਥਾ ਰੁਕ ਜਾਂਦੀ ਹੈ ਜੀ। ਨਾਮ ਜਪਦਿਆਂ ਜਪਦਿਆਂ ਕਈ ਵਾਰੀ ਇੱਕ ਅੱਧਾ ਸੰਸਾ ਭਰਮ ਇਹੋ ਜਿਹਾ ਪੈ ਜਾਂਦਾ, ਬੰਦਾ ਨਾਮ ਵੀ ਜਪਦਾ ਰਹਿੰਦਾ ਹੈ, ਪਰ ਉਹ ਗੱਲ ਉੱਥੇ ਦੀਵਾਰ ਬਣ ਕੇ ਰਹਿ ਜਾਂਦੀ ਹੈ। ਸੰਗਤ ਜੀ, ਆਪਾਂ ਤਾਂ ਕੁਝ ਵੀ ਨਹੀਂ ਜਪਦੇ। ਮੈਂ ਸਿੱਧੀ ਗੱਲ ਆਖਾਂ, ਮੈਂ ਆਪਣੇ ਬਾਰੇ ਦੱਸਦਾ, ਜਿਹਨੂੰ ਕਹਿੰਦੇ ਨਾ ਤਿੰਨਾਂ ਚੋਂ ਨਾ 13 ਚੋਂ, ਅਸੀਂ ਉਹ ਬੰਦੇ ਹੈਗੇ ਹਾਂ ਜੀ। ਹਾਂਜੀ, ਬਿਲਕੁਲ ਕੋਈ ਗੱਲ ਨਹੀਂ ਬਣਦੀ ਜੀ। ਸਾਈਂ ਬੁੱਢਣ ਸ਼ਾਹ ਕੋਲ ਗੁਰੂ ਹਰਗੋਬਿੰਦ ਸਾਹਿਬ ਗਏ ਜੀ। ਉਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਜੀ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਗਏ ਤੇ ਸਾਈਂ ਬੁੱਢਣ ਸ਼ਾਹ ਦੀ ਉਮਰ ਜਿਹੜੀ ਉਹ 400 ਸਾਲ ਦੇ ਨੇੜੇ ਸੀਗੀ ਕਲਯੁਗ ਦੇ ਵਿੱਚ ਜੀ। ਇੰਨੀ ਲੰਮੀ ਉਮਰ ਹੋਣਾ ਬੜਾ ਔਖਾ ਕੰਮ ਹੈ ਜੀ। ਔਰ ਇਹ ਕੋਈ ਗੱਪ ਕਹਾਣੀ ਨਹੀਂ ਹੈਗੀ ਜੀ। ਕੀਰਤਪੁਰ ਸਾਹਿਬ ਅੱਜ ਵੀ ਸਾਈਂ ਬੁੱਢਣ ਸ਼ਾਹ ਦਾ ਸਥਾਨ ਬਣਿਆ ਹੈ ਜੀ। ਸਾਈਂ ਬੁੱਢਣ ਸ਼ਾਹ ਜੀ ਦੇ ਕੋਲ ਗੁਰੂ ਨਾਨਕ ਸਾਹਿਬ ਗਏ ਜੀ। ਸਾਧਨਾ ਸਾਧੀ ਸੀਗੀ ਜੀ, ਜਿਹਦੇ ਕਰਕੇ ਉਮਰ ਵੱਡੀ ਹੋਈ ਜੀ। ਸਰੀਰ ਸਾਧਿਆ ਜੀ, ਸਰੀਰ ਸਾਧਿਆ, ਇਸ ਕਰਕੇ ਉਮਰ ਇੰਨੀ ਲੰਮੀ ਹੈ ਜੀ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਈਂ ਜੀ ਨੂੰ ਪੁੱਛਦੇ ਆ, ਸਾਈਂ ਬੁੱਢਣ ਸ਼ਾਹ ਦੀ ਬੰਦਗੀ ਬਹੁਤ ਸੀਗੀ ਜੀ। ਹਾਂਜੀ, ਸਾਈਂ ਬੁੱਢਣ ਸ਼ਾਹ ਜਿੱਥੇ ਬੈਠਦੇ ਸਨ ਨਾ, ਉਸ ਜਗ੍ਹਾ ਆ ਕੇ ਹਾਥੀ ਝਾੜੂ ਮਾਰ ਕੇ ਪਾਣੀ ਤਰੌਂਕਦਾ ਹੁੰਦਾ ਸੀਗਾ ਜੀ। ਸ਼ੇਰ ਉਹਨਾਂ ਦੀ ਰਾਖੀ ਕਰਦਾ ਹੁੰਦਾ ਸੀਗਾ ਜੀ। ਇੱਥੋਂ ਤੱਕ ਉਹਨਾਂ ਦੀਆਂ ਜਿਹੜੀਆਂ ਬੱਕਰੀਆਂ ਸਨ ਨਾ, ਉਹ ਸ਼ੇਰ ਚਾਰ ਕੇ ਲੈ ਕੇ ਆਉਂਦਾ ਹੁੰਦਾ ਸੀਗਾ ਜੀ। ਬੜੇ ਬੜੇ ਖੂੰਖਾਰ ਜੰਗਲ ਦੇ ਜਿਹੜੇ ਜਾਨਵਰ ਸਨ ਨਾ, ਉਹ ਸਾਈਂ ਬੁੱਢਣ ਸ਼ਾਹ ਦਾ ਪਹਿਰਾ ਦਿੰਦੇ ਹੁੰਦੇ ਸੀਗੇ ਜੀ। ਤੇ ਸਾਈਂ ਬੁੱਢਣ ਸ਼ਾਹ ਨੇ ਨਾਮ ਜਪਣਾ ਜੀ, ਬੜਾ ਨਾਮ ਜਪਣਾ, ਬੜਾ ਹੀ ਨਾਮ ਜਪਣਾ। ਜਦੋਂ ਗੁਰੂ ਨਾਨਕ ਦੇਵ ਸਾਹਿਬ ਉਹਨਾਂ ਦੇ ਕੋਲ ਗਏ ਨਾ ਜੀ, ਤੇ ਸਾਈਂ ਬੁੱਢਣ ਸ਼ਾਹ ਜੀ ਨੂੰ ਪੁੱਛਿਆ ਮਹਾਰਾਜ ਨੇ ਵੀ ਸਾਈਂ ਜੀ ਅਵਸਥਾ ਦੱਸੋ ਆਪਣੀ। ਹਾਂਜੀ, ਤੇ ਸਾਈਂ ਜੀ ਪਤਾ ਕੀ ਕਹਿੰਦੇ, ਸੱਚੇ ਪਾਤਸ਼ਾਹ ਹਉਮੈ ਅਜੇ ਵੀ ਤੰਗ ਕਰਦੀ ਹੈ। ਗੱਜ ਕੇ ਆਖੋ ਵਾਹਿਗੁਰੂ। 400 ਸਾਲ ਹੋ ਗਏ ਜਪ ਤਪ ਕਰਦਿਆਂ, ਭਜਨ ਪਾਠ ਕਰਦਿਆਂ ਜੀ। ਪਰ ਉਹ ਰੱਬ ਦੇ ਬੰਦੇ ਸੱਚੇ ਹੁੰਦੇ, ਇਮਾਨਦਾਰ ਹੁੰਦੇ ਆ, ਨਿਮਰਤਾ ਦੇ ਵਿੱਚ ਆ ਕੇ ਸੱਚੀ ਸੱਚੀ ਗੱਲ ਹੀ ਦੱਸ ਦਿੰਦੇ ਆ ਜੀ। ਰੱਬ ਦੇ ਬੰਦੇ ਜਿਹੜੇ ਹੁੰਦੇ ਨਾ ਜੀ, ਸੱਚੀ ਸੱਚੀ ਗੱਲ ਦੱਸਦੇ ਆ ਜੀ। ਸਾਈਂ ਬੁੱਢਣ ਸ਼ਾਹ ਜੀ ਕਹਿੰਦੇ ਆ, ਮਹਾਰਾਜ ਹਉਮੈ ਨਹੀਂ ਖਹਿੜਾ ਛੱਡਦੀ ਕਹਿੰਦੇ। ਤੇ ਗੁਰੂ ਨਾਨਕ ਸਾਹਿਬ ਨੇ ਮਿਹਰ ਦੀ ਦ੍ਰਿਸ਼ਟੀ ਪਾਈ ਸਾਈਂ ਜੀ ਤੇ। ਜਿੱਥੇ ਸਾਈਂ ਜੀ ਰੁਕ ਗਏ ਸਨ ਨਾ, ਸਾਈਂ ਬੁੱਢਣ ਸ਼ਾਹ ਨੂੰ ਉੱਥੋਂ ਅੱਗੇ ਤੋਰਿਆ ਮਹਾਰਾਜ ਨੇ ਜੀ। ਹਾਂਜੀ, ਅੱਗੇ ਤੁਰਨ ਵਾਸਤੇ ਵੀ ਮਿਹਨਤ ਕਰਨੀ ਪੈਂਦੀ। ਬੰਦਾ ਆਖੇ ਮੇਰੀ ਅੱਜ ਹੀ ਗੱਲ ਬਣ ਜੇ, ਨਹੀਂ। ਹੁਣ ਤੁਸੀਂ ਕੋਸ਼ਿਸ਼ ਆਪਣਾ ਹਿਸਾਬ ਲਾਓ ਵੀ ਕੋਈ 50 ਸਾਲ, ਕੋਈ 60 ਸਾਲ, ਕੋਈ 20 ਸਾਲ, ਕੋਈ 30 ਸਾਲ। ਸਾਡੀ ਤੇ ਉਮਰ ਹੀ ਕੁਝ ਨਹੀਂ ਹੈਗੀ ਜੀ। ਇੰਨੀ ਲੰਮੀ ਉਮਰ, ਇੰਨਾ ਜਪ ਤਪ ਕੀਤਾ, ਪਰ ਉਸ ਬੰਦੇ ਨੇ ਬਿਲਕੁਲ ਸੱਚ ਸੱਚ ਦੱਸਿਆ
ਸੱਚੇ ਪਾਤਸ਼ਾਹ ਹਉਮੈ ਗੇੜਾ ਲਾ ਜਾਂਦੀ ਹੈ, ਹਉਮੈ ਤੰਗ ਕਰਦੀ, ਹੰਕਾਰ ਤੰਗ ਕਰਦਾ ਹੈ। ਰੁਕ ਜਾਂਦਾ ਬੰਦਾ ਜੀ, ਰੁਕ ਜਾਂਦਾ। ਗੁਰੂ ਸਾਹਿਬ ਨੇ ਉਹਨਾਂ ਨੂੰ ਅੱਗੇ ਤੋਰਿਆ। ਫਿਰ ਜਾ ਕੇ ਛੇਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਦਰਸ਼ਨ ਦਿੱਤੇ, ਦੁੱਧ ਛਕਿਆ, ਸਾਈਂ ਜੀ ਨੂੰ ਨਿਹਾਲ ਕੀਤਾ ਜੀ। ਇਸ ਕਰਕੇ ਕਈ ਵਾਰੀ ਰੱਬ ਦੇ ਪਿਆਰੇ ਵੀ ਰੁਕ ਜਾਂਦੇ ਆ। ਹਾਂਜੀ, ਤੇ ਸੰਗਤ ਜੀ ਅਸੀਂ ਆਪਣੀ ਗੱਲ ਵੇਖੀਏ ਤੇ ਰੁਕੇ ਹੀ ਹੋਏ ਆ ਜੀ। ਤੁਹਾਡੇ ਵਿੱਚ ਮੇਰੇ ਤੋਂ ਬੜੇ ਬੜੇ ਅੱਗੇ ਵੀ ਬੈਠੇ ਹੋਣਗੇ ਜੀ। ਅਸੀਂ ਤਾਂ ਹੈ ਹੀ ਕੁਛ ਨਹੀਂ ਨਾ ਜੀ, ਬਹੁਤ ਥੱਲੇ ਰੁਕ ਜਾਂਦੇ ਰੱਬ ਦੇ ਰਸਤੇ ਤੇ, ਬਹੁਤ ਹੇਠਾਂ ਰੁਕ ਜਾਂਦੇ ਆ। ਗੱਜ ਕੇ ਆਖੋ ਵਾਹਿਗੁਰੂ। ਬਿਲਕੁਲ ਰੱਬ ਦੇ ਬੰਦੇ ਬਣਨਾ ਪੈਂਦਾ ਜੀ, ਬਿਲਕੁਲ ਰੱਬ ਦੇ ਬੰਦੇ ਬਣਨਾ ਪੈਂਦਾ। ਜਿੱਥੋਂ ਤੱਕ ਸਾਡੀ ਸੋਚ ਨਹੀਂ ਨਾ ਜਾਂਦੀ ਉਹ ਵੀ ਕੰਮ ਕਰਨੇ ਪੈਂਦੇ ਜੀ, ਉਹ ਵੀ ਕੰਮ ਕਰਨੇ ਪੈਂਦੇ। ਸਾਈਂ ਜੀ ਨੂੰ ਮਹਾਰਾਜ ਨੇ ਅੱਗੇ ਤੋਰਿਆ। ਇਸੇ ਹੀ ਤਰ੍ਹਾਂ ਜਿਵੇਂ ਸਾਈਂ ਜੀ ਰੁਕੇ ਹੋਏ ਸਨ ਨਾ ਜੀ, ਮਜਨੂ ਟਿੱਲੇ ਇੱਕ ਸੰਤ ਰਹਿੰਦਾ ਸੀਗਾ ਜੀ, ਉਹ ਸੰਤ ਵੀ ਰੁਕਿਆ ਹੋਇਆ ਸੀਗਾ ਜੀ, ਅੱਗੇ ਤੁਰਦਾ ਨਹੀਂ ਸੀ। ਕਈ ਵਾਰੀ ਕੀ ਹੁੰਦਾ ਹੈ, ਧਾਰਮਿਕ ਰਸਤੇ ਤੇ ਅੱਗੇ ਤੋਰਨ ਵਾਲਾ ਨਹੀਂ ਲੱਭਦਾ ਜੀ, ਅੱਗੇ ਤੋਰਨ ਵਾਲਾ ਨਹੀਂ ਲੱਭਦਾ ਜੀ। ਹਾਂਜੀ, ਇੱਕ ਗੁਰਮੁਖ ਦੇ ਕੋਲ ਇੱਕ ਮੁਸਲਮਾਨ ਕਾਜੀ ਗਿਆ ਜੀ। ਉਹਨੇ ਵੇਖਿਆ ਵੀ ਇਸ ਗੁਰਮੁਖ ਦੇ ਅੰਦਰ ਰੰਗ ਹੈ, ਆਨੰਦ ਹੈ, ਉਹ ਰੰਗ ਆਨੰਦ ਮੇਰੇ ਕੋਲ ਨਹੀਂ ਹੈਗਾ। ਕਾਜੀ ਨੇ ਨਿਮਰਤਾ ਦੇ ਨਾਲ ਕਹਿ ਦਿੱਤਾ ਵੀ ਇਹ ਕਿਰਪਾ ਮੇਰੇ ਤੇ ਵੀ ਕਰੋ। ਤੇ ਉਹ ਗੁਰਮੁਖ ਨੇ ਕਿਹਾ ਵੀ ਮੈਂ ਸੁਖਮਣੀ ਸਾਹਿਬ ਦਾ ਪਾਠ ਕਰਦਾ। ਕਹਿੰਦਾ ਮੈਨੂੰ ਵੀ ਗੁਟਕਾ ਸਾਹਿਬ ਦਿਓ। ਕਹਿੰਦੇ ਫਿਰ 5 ਪਾਠ ਕਰਨੇ ਪੈਣੇ ਰੋਜ਼ ਦੇ। ਮੁਸਲਮਾਨ ਕਾਜੀ ਸੁਖਮਨੀ ਸਾਹਿਬ ਦੇ 5 ਪਾਠ ਕਰਦਾ ਜੀ। ਰੌਲਾ ਪੈ ਗਿਆ ਜੀ। ਉਸ ਸਮੇਂ ਲੋਕ ਕੱਟੜ ਸਨ ਜੀ। ਉਹ ਕਹਿੰਦੇ ਵੀ ਜਾਂ ਤੇ ਮਸੀਤ ਛੱਡਣੀ ਪਏਗੀ ਤੇ ਜਾਂ ਪਾਠ ਛੱਡਣਾ ਪਏਗਾ। ਉਹ ਕਹਿਣ ਲੱਗਾ ਵੀ ਸੁਣੋ, ਪਾਠ ਵਿੱਚੋਂ ਮੈਨੂੰ ਆਨੰਦ ਪ੍ਰਾਪਤ ਹੋਇਆ, ਇਹ ਤੇ ਨਹੀਂ ਮੈਂ ਛੱਡਣਾ। ਹਾਂ, ਮਸੀਤ ਮੈਂ ਛੱਡ ਦਿੰਦਾ। ਕਹਿਣ ਲੱਗਾ ਮਸੀਤ ਛੱਡੀ ਜੀ ਉਹਨੇ। ਸਾਨੂੰ ਉਹ ਆਨੰਦ ਮਿਲਦਾ ਨਹੀਂ ਜੀ, ਪਾਠ ਕਰਦਿਆਂ ਆਉਂਦਾ ਨਹੀਂ ਜੀ। ਕਿਉਂ? ਪਿੱਛੇ ਕਿਸੇ ਗੁਰਮੁਖ ਦੀ, ਅੱਗੋਂ ਕਿਸੇ ਗੁਰਮੁਖ ਨੇ ਆਪਣੀ ਕਮਾਈ ਦੇ ਕੇ ਤੋਰਿਆ ਨਹੀਂ ਜੀ ਸਾਨੂੰ ਜੀ। ਜਾਂ ਤੇ ਦਿਨ ਰਾਤ ਬੰਦੇ ਨੂੰ ਖੱਪਣਾ ਪਏਗਾ ਇਸ ਰਸਤੇ ਤੇ ਜੀ। ਜਿਹਨੇ ਨਾਮ ਜਪਣਾ ਨਾ ਜੀ, ਦਿਨ ਰਾਤ ਖੱਪਣਾ ਪਏਗਾ, ਮੋਰਚਾ ਲਾਉਣਾ ਪਏਗਾ, 8 ਪਹਿਰ ਸਿਮਰਨ ਕਰਨਾ ਪਏਗਾ। ਵਾਹਿਗੁਰੂ 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 ਵਾਹਿਗੁਰੂ। ਦਿਨ ਰਾਤ ਖੱਪਿਆ ਨਹੀਂ ਜਾਂਦਾ, ਇਹਨਾਂ ਖੇਡ ਬਣਦੀ ਨਹੀਂ ਜੀ। ਤੇ ਫਿਰ ਕੀ ਹੁੰਦਾ ਜੀ, ਬੰਦਾ ਰੁਕ ਜਾਂਦਾ ਜੀ ਉੱਥੇ ਜੀ। ਕਈ ਬੰਦੇ ਮੈਂ ਵੇਖੇ ਜੀ, ਸੇਵਾ ਬੜੀ ਕਰਦੇ ਆ, ਹਉਮੈ ਦੇ ਫੁੰਕਾਰੇ ਮਾਰਦੇ ਜੀ, ਫੁੰਕਾਰੇ ਜੀ। ਰੁਕ ਗਏ ਜੀ ਉੱਥੇ, ਰੁਕ ਗਏ ਜੀ। ਹੁਣ ਅੱਗੋਂ ਤੋਰਨ ਵਾਲਾ ਚਾਹੀਦਾ ਕੋਈ ਜੀ। ਜਦੋਂ ਅੱਗੋਂ ਤੋਰਨ ਵਾਲਾ ਮਿਲਦਾ ਫਿਰ ਮਿਹਰ ਹੋ ਜਾਂਦੀ ਆ। ਇਹ ਸੰਤ ਰੁਕਿਆ ਹੋਇਆ ਸੀਗਾ। ਕੱਲ ਤੁਸੀਂ ਸੁਣਿਆ, ਇਹਨੇ ਫਿਰ ਸਵਾਲ ਕੀਤਾ, ਮਹਾਰਾਜ ਮੈਂ ਨਾਮ ਤੇ ਜਪਦਾ, ਮੈਨੂੰ ਇਹ ਨਹੀਂ ਪਤਾ ਵੀ ਜਗਤ ਸੱਚਾ ਹੈਗਾ ਕਿ ਝੂਠਾ ਹੈਗਾ। ਕਦੀ ਕਦੀ ਤੇ ਇਹ ਸੰਸਾਰ ਸੱਚਾ ਲੱਗਦਾ ਤੇ ਕਦੀ ਕਦੀ ਇਹ ਸੰਸਾਰ ਝੂਠਾ ਲੱਗਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਆਪਾਂ ਵੇਖ ਲਈਏ, ਕਈ ਵਾਰੀ ਘਰੋਂ ਬੰਦਾ ਦੁਖੀ ਹੁੰਦਾ, ਕਹਿੰਦਾ ਛੱਡੋ ਪਰਾਂ ਇਹਨਾਂ ਦਾ ਖਹਿੜਾ, ਮੈਂ ਨਾਮ ਹੀ ਜਪਣਾ। ਕਹਿੰਦਾ ਮੈਂ ਨਾਮ ਹੀ ਜਪਣਾ, ਜਦੋਂ ਬੰਦਾ ਦੁਖੀ ਹੁੰਦਾ ਜੀ। ਹਾਂਜੀ, ਤੇ ਜਦੋਂ ਖੁਸ਼ ਹੁੰਦਾ ਨਾ ਜੀ, ਪਰਿਵਾਰ ਵਿੱਚ ਬੈਠਾ ਹੁੰਦਾ, ਮੋਹ ਜਾਗਦਾ, ਪਰਿਵਾਰ ਦੇ ਜੀ ਅੱਗੇ ਆਸੇ ਪਾਸੇ ਬੈਠੇ ਹੁੰਦੇ, ਤੇ ਫਿਰ ਬਾਪੂ ਨੂੰ ਕਹੋ, ਬਾਪੂ ਮਾਲਾ ਫੜ ਤੇ ਜਪ ਨਾਮ, ਫਿਰ ਨਹੀਂ ਬਾਪੂ ਨਾਮ ਜਪਦਾ। ਗੱਜ ਕੇ ਆਖੋ। ਤੇ ਜਦੋਂ ਦੁਖੀ ਹੁੰਦਾ ਨਾ ਜੀ, ਫਿਰ ਕਹਿੰਦਾ ਇਹ ਸਭ ਮਾੜੇ ਹੀ ਹੈਗੇ, ਮੈਂ ਚੱਲਾਂ ਗੁਰਦੁਆਰੇ ਜਾ ਕੇ ਸੇਵਾ ਕਰਨੀ, ਨਾਮ ਜਪਣਾ।
ਸਾਡੀ ਵੀ ਅਵਸਥਾ ਡਾਵਾਂਡੋਲ ਹੋ ਜਾਂਦੀ ਜੀ। ਕਹਿੰਦੇ ਮਹਾਰਾਜ ਸੰਸਾਰ ਸੱਚਾ ਵੀ ਲੱਗਦਾ ਤੇ ਝੂਠਾ ਵੀ ਲੱਗਦਾ। ਮਹਾਰਾਜ ਇਹ ਸੰਸਾਰ ਹੈ ਕੀ ਹੈ? ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਜੋ ਉਹਨੂੰ ਦੱਸਿਆ, ਕੱਲ ਅੱਧਾ ਤੁਸੀਂ ਸੁਣਿਆ ਸੀ। ਮਹਾਰਾਜ ਕਹਿੰਦੇ ਸੰਸਾਰ ਨਾ ਸੱਚਾ ਨਾ ਝੂਠਾ, ਸੰਸਾਰ ਮਿਥਿਆ ਹੋਇਆ ਹੈ। ਮਿਥਿਆ ਦਾ ਭਾਵ ਨਾਸ਼ਵਾਨ ਹੈ। ਨਾਸ਼ਵਾਨ, ਜਿਵੇਂ ਇੱਕ ਤਰੀਕ ਮਿੱਥ ਦਿੱਤੀ ਜਾਂਦੀ ਵਿਆਹ ਦੀ ਤਰੀਕ, ਵੀ ਇੰਨੀ ਤਰੀਕ ਨੂੰ ਵਿਆਹ ਹੋਏਗਾ ਜੀ, ਮਿੱਥ ਦਿੱਤੀ ਨਾ ਜੀ। ਉਹਨੂੰ ਅੰਗਰੇਜ਼ੀ 'ਚ ਕਹਿੰਦੇ ਆ, ਕੀ ਹੋ ਗਿਆ? ਡਿਸਾਈਡ ਹੋ ਗਈ ਜੀ। ਇਹ ਤਰੀਕ ਡਿਸਾਈਡ ਹੋ ਗਈ ਹੈ, ਇਸ ਤਰੀਕ ਨੂੰ ਵਿਆਹ ਹੋਏਗਾ। ਉਹ ਫਿਰ ਹੌਲੀ ਹੌਲੀ ਦਿਨ ਆ ਜਾਂਦਾ ਜੀ। ਇਸੇ ਹੀ ਤਰ੍ਹਾਂ ਸੰਗਤ ਜੀ ਸੰਸਾਰ ਦਾ ਵੀ ਡਿਸਾਈਡ ਹੈ, ਹੌਲੀ ਹੌਲੀ ਸਭ ਨੇ ਨਾਸ ਹੋਣਾ ਜੀ। ਡਿਸਾਈਡ ਹੈ, ਪੱਕਾ ਹੈ, ਮਿਥਿਆ ਹੋਇਆ ਹੈ ਜੀ। ਇਸ ਕਰਕੇ ਰੱਬ ਦੇ ਪਿਆਰਿਆਂ ਨੂੰ ਜਦੋਂ ਜਨਮ ਮਿਲਦਾ ਨਾ ਜੀ, ਉਹ ਇਸ ਸੱਚਾਈ ਨੂੰ ਸਮਝ ਲੈਂਦੇ ਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਸ ਸੰਤ ਨੂੰ ਸੁਪਨੇ ਦੀ ਪਰਿਭਾਸ਼ਾ ਦਿੱਤੀ। ਵਾਹਿਗੁਰੂ ਸੁਪਨੇ ਦਾ ਪ੍ਰਮਾਣ ਦਿੱਤਾ ਜੀ। ਜਿਵੇਂ ਬੰਦਾ ਸੁਪਨੇ 'ਚ ਸੁੱਤਾ ਹੁੰਦਾ, ਸੁਪਨਾ ਉਹਨੂੰ ਸੱਚ ਹੀ ਲੱਗਦਾ। ਸੁੱਤਾ ਪਿਆ ਸੁਪਨਾ ਆਉਂਦਾ ਜੀ, ਹਾਂਜੀ, ਸੁੱਤੇ ਪਏ ਨੂੰ ਸੁਪਨਾ ਆਇਆ, ਸੁਪਨਾ ਸੱਚ ਲੱਗਦਾ ਹੈ ਜੀ। ਬੜਾ ਬੰਦਾ ਸੁਪਨੇ 'ਚ ਮਸਤ ਹੋਇਆ ਹੁੰਦਾ ਜੀ ਜਦੋਂ ਸੁਪਨਾ ਆਉਂਦਾ ਜੀ, ਪਰ ਜਦੋਂ ਉੱਠਦਾ ਉਦੋਂ ਵੇਖਦਾ ਉਹ ਸੁਪਨਾ ਨਹੀਂ ਹੁੰਦਾ ਜੀ, ਖਤਮ ਹੋ ਗਿਆ ਹੁੰਦਾ ਜੀ। ਅਸਲੀ ਜ਼ਿੰਦਗੀ ਕੁਝ ਹੋਰ ਹੁੰਦੀ ਹੈ ਜੀ। ਇੱਕ ਬੰਦਾ ਮਾਮੂਲੀ ਜਿਹਾ ਸੁਪਨੇ 'ਚ ਦੇਸ਼ ਦਾ ਰਾਜਾ ਬਣ ਗਿਆ ਜੀ, ਮੰਨ ਲਓ ਪ੍ਰਾਈਮ ਮਿਨਿਸਟਰ ਬਣ ਗਿਆ ਜੀ, ਹਾਂਜੀ, PM ਬਣ ਗਿਆ, ਪਰ ਜਦੋਂ ਅੱਖਾਂ ਖੋਲੀਆਂ ਉਦੋਂ ਤੋਂ PM ਨਹੀਂ ਹੁੰਦਾ ਜੀ। ਸਵੇਰੇ ਦਿਹਾੜੀ ਤੇ ਜਾਣਾ ਪੈਂਦਾ ਜੀ। ਮਹਾਰਾਜ ਕਹਿੰਦੇ ਬਸ ਇਸੇ ਤਰ੍ਹਾਂ ਉਹ ਜਿਹੜਾ PM ਸੀ ਨਾ ਸੰਗਤ ਜੀ, ਉਹ ਥੋੜ੍ਹੇ ਸਮੇਂ ਦੀ ਖੇਡ ਸੀਗੀ। ਇਸੇ ਤਰ੍ਹਾਂ ਇਹ ਥੋੜ੍ਹੇ ਸਮੇਂ ਦੀ ਖੇਡ ਹੈ। ਮਹਾਰਾਜ ਕਹਿੰਦੇ ਸੰਤ ਜੀ ਨਾਮ ਜਪ ਕੇ ਜਨਮ ਸਫਲਾ ਕਰੋ। ਗੱਜ ਕੇ ਕਹੋ ਪ੍ਰੇਮ ਨਾਲ ਵਾਹਿਗੁਰੂ। ਜੇ ਇਸ ਚੱਕਰ 'ਚ ਪੈ ਗਏ ਮਹਾਰਾਜ ਕਹਿੰਦੇ ਫਿਰ ਝੂਠਾ ਹੀ ਹੈ, ਭੁਲੇਖਾ ਹੀ ਹੈ ਸਾਰਾ ਜੀ। ਸਾਰਾ ਸੰਸਾਰ ਭੁਲੇਖਾ। ਮਹਾਰਾਜ ਕਹਿਣ ਲੱਗੇ ਇਸ ਭੁਲੇਖੇ ਦੇ ਵਿੱਚ ਪੈ ਕੇ ਬੜਿਆਂ ਨੇ ਆਪਣਾ ਕੰਮ ਖਰਾਬ ਕਰ ਲਿਆ ਜੀ। ਸੰਤ ਲੋਕਾਂ ਦੇ ਭਰਮ ਜਿਹੜੇ ਉਹ ਟੁੱਟ ਜਾਂਦੇ ਜੀ। ਭਰਮ ਕੇ ਸੰਗਲ ਤੋੜ ਨਿਰਾਰੇ, ਭਗਤ ਪ੍ਰਹਿਲਾਦ ਜੀ ਨੇ ਖੂਬ ਵਾਹਿਗੁਰੂ ਜੀ ਦਾ ਨਾਮ ਜਪਿਆ, ਭਰਮ ਦੇ ਸੰਗਲ ਟੁੱਟੇ ਹੋਏ ਸਨ ਜੀ। ਉਹਨਾਂ ਨੂੰ ਪਤਾ ਸੀ ਵੀ ਕੰਮ ਆਉਣ ਵਾਲੀ ਹੈ ਹੀ ਚੀਜ਼ ਇੱਕੋ ਹੈ, ਉਹ ਹੈ ਸਿਮਰਨ ਭਜਨ ਜੀ। ਸੋ ਮਹਾਰਾਜ ਗਰੀਬ ਨਵਾਜ ਜੀ ਨੇ ਹੋਰ ਉਪਦੇਸ਼ ਦਿੱਤਾ, ਭਰਮ ਦਾ, ਰੱਸੀ ਦਾ ਉਪਦੇਸ਼ ਦਿੱਤਾ ਵੀ ਹਨੇਰੇ ਵਿੱਚ ਰੱਸੀ ਵੀ ਸੱਪ ਹੀ ਲੱਗਦੀ ਹੈ, ਅਗਿਆਨ ਦੇ ਵਿੱਚ ਭੁਲੇਖੇ ਵਿੱਚ ਸੰਸਾਰ ਸੱਚ ਹੀ ਲੱਗਦਾ ਹੈ ਜੀ। ਜਦੋਂ ਚਾਨਣ ਹੁੰਦਾ ਫਿਰ ਪਤਾ ਲੱਗਦਾ ਸੱਪ ਨਹੀਂ ਹੈਗਾ, ਇਹ ਤੇ ਰੱਸੀ ਹੈਗੀ ਹੈ। ਇਸੇ ਤਰ੍ਹਾਂ ਜਦੋਂ ਗੁਰੂ ਸਾਹਿਬ ਮਿਲਦੇ ਆ, ਅੰਦਰ ਗਿਆਨ ਹੁੰਦਾ, ਗੁਰੂ ਜੀ ਮਿਹਰ ਕਰ ਦਿੰਦੇ ਆ। ਕੋਈ ਜੁੜਿਆ ਹੋਇਆ ਪੁਰਸ਼ ਬੰਦੇ ਦੇ ਉੱਤੇ ਮਿਹਰ ਕਰ ਦਿੰਦਾ, ਉਹਦੀ ਸੁਰਤ ਨਾਮ ਨਾਲ ਜੋੜ ਦਿੰਦਾ, ਪਤਾ ਲੱਗ ਜਾਂਦਾ ਹੈ ਸੰਸਾਰ ਸਭ ਝੂਠ ਹੈਗਾ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰਬਾਣੀ ਦੇ ਵਿੱਚ ਕਿਤੇ ਵੀ ਸੰਸਾਰ ਨੂੰ ਸੱਚਾ ਨਹੀਂ 'ਚ ਲਿਖਿਆ, ਪਰ ਭੁਲੇਖਾ ਬੜਾ ਜ਼ਬਰਦਸਤ ਹੈਗਾ ਜੀ। ਮੈਂ ਕਹਿੰਦਾ ਕਥਾ ਕਰਨ ਵਾਲੇ ਫਸੇ ਹੋਏ ਹੈ ਜੀ, ਭੁਲੇਖਾ ਹੀ ਬੜਾ ਜ਼ਬਰਦਸਤ ਹੈ ਜੀ, ਬੜਾ ਜ਼ਬਰਦਸਤ ਭੁਲੇਖਾ ਹੈਗਾ ਜੀ। ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ। ਮਹਾਰਾਜ ਕਹਿੰਦੇ ਮਿੱਤਰਾ ਝੂਠ ਹੀ ਸਾਰਾ। ਜਗਤ ਦੀ ਰਚਨਾ ਵੀ ਝੂਠੀ ਤੇ ਜਗਤ ਦੀ ਪ੍ਰੀਤ ਵੀ ਝੂਠੀ ਜੀ। ਜਗਤ ਮੇਂ ਝੂਠੀ ਦੇਖੀ ਪ੍ਰੀਤ, ਬੜਾ ਵੱਡਾ ਭੁਲੇਖਾ ਜੀ, ਬਹੁਤ ਵੱਡਾ ਭੁਲੇਖਾ ਜੀ। ਕੁਝ ਬੰਦਿਆਂ ਦੇ ਤੇ ਜਿੰਦਿਆਂ ਜੀ ਭੁਲੇਖੇ ਟੁੱਟ ਜਾਂਦੇ ਆ ਜੀ।
ਹਾਂਜੀ, ਕੁਝ ਨਾ ਦੇ ਨਹੀਂ ਟੁੱਟਦੇ ਜੀ, ਨਹੀਂ ਟੁੱਟਦੇ। ਸੋ ਮਹਾਰਾਜ ਗਰੀਬ ਨਵਾਜ ਜੀ ਨੇ ਉਹਦੇ ਤੇ ਮਿਹਰ ਕਰ ਦਿੱਤੀ, ਕਿਰਪਾ ਕਰ ਦਿੱਤੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਉਹਦੇ ਤੇ ਮਿਹਰ ਕੀਤੀ, ਉਹਨੂੰ ਚਾਨਣ ਹੋ ਗਿਆ ਜੀ। ਚੇਤਾ ਰੱਖਿਓ, ਇਸ ਰਸਤੇ ਦੇ ਉੱਤੇ ਜੇ ਤੁਸੀਂ ਨਾਮ ਜਪਣਾ ਤੇ ਰੱਬ ਦੀ ਪ੍ਰਾਪਤੀ ਕਰਨੀ ਹੈ। ਕਹੋ ਪ੍ਰੇਮ ਨਾਲ ਸ੍ਰੀ ਵਾਹਿਗੁਰੂ ਵਾਹਿਗੁਰੂ। ਜੇ ਨਾਮ ਜਪਣਾ ਤੇ ਰੱਬ ਦੀ ਪ੍ਰਾਪਤੀ ਕਰਨੀ ਹੈ ਨਾ, ਇਸ ਰਸਤੇ ਉੱਤੇ ਠੀਕ ਹੈ, ਮਿਹਨਤ ਕਰਨ ਦੀ ਵੀ ਬੜੀ ਲੋੜ ਹੈਗੀ ਹੈ ਜੀ, ਪਰ ਮਿਹਨਤ ਤੋਂ ਵੀ ਉੱਤੇ ਰੱਬ ਦੀ ਮਿਹਰ ਦੀ ਲੋੜ ਹੈਗੀ ਹੈ ਜੀ। ਸਤਿਗੁਰੂ ਜੀ ਦੀ ਮਿਹਰ ਦੀ ਲੋੜ ਹੈਗੀ ਹੈ। ਗੁਰੂ ਸਾਹਿਬ ਨੇ ਮਿਹਰ ਕਰ ਦੇਣੀ, ਸੁਰਤ ਜੋੜ ਦੇਣੀ ਜੀ ਬੰਦੇ ਦੀ ਜੀ, ਸੁਰਤ ਜੋੜ ਦੇਣੀ ਜੀ। ਸੁਰਤ ਜੁੜ ਗਈ, ਬੜੇ ਬੜੇ ਮਸਲੇ ਹੱਲ ਹੋ ਜਾਂਦੇ ਜੀ। ਸੋ ਹੁਣ ਅੱਗੋਂ ਆਪਾਂ ਸਰਵਣ ਕਰੀਏ। ਸਭ ਸੰਗਤ ਗੱਜ ਕੇ ਆਖੋ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਜਦੋਂ ਕਥਾ ਸੁਣਦੇ ਹੁੰਦੇ ਹੋ ਨਾ, ਗੁਰੂ ਸਾਹਿਬ ਜੀ ਦਾ ਨਾਮ ਲੈਂਦੇ ਹੋ, ਸਿਮਰਨ ਕਰਦੇ ਹੋ, ਨਿਤਨੇਮ ਕਰਦੇ ਹੋ, ਉਦੋਂ ਇਹ ਨਹੀਂ ਸਮਝਣਾ ਮੈਂ ਗਿਆਨੀ ਹੈਗਾ, ਮੈਂ ਕਥਾ ਸੁਣ ਕੇ ਲੋਕਾਂ ਨੂੰ ਸੁਣਾਊਂਗਾ, ਮੈਂ ਨਿਤਨੇਮ ਕਰ ਰਿਹਾ, ਮੈਂ ਬੜਾ ਵੱਡਾ ਨਿਤਨੇਮੀ ਹੈਗਾ। ਨਹੀਂ, ਇਹ ਸਾਰਾ ਕੁਝ ਸੰਗਤ ਦੀ ਇਸ ਕਰਕੇ ਕਰਨਾ ਹੈ, ਮਨ 'ਚ ਇਹ ਭਾਵ ਰੱਖਣਾ ਵੀ ਸੱਚੇ ਪਾਤਸ਼ਾਹ ਸਾਨੂੰ ਬਖਸ਼ ਲਓ, ਆਪਣੀਆਂ ਭੁੱਲਾਂ ਬਖਸ਼ਾਉਣੀਆਂ। ਆਪਾਂ ਭੁੱਲਾਂ ਤੇ ਹੁੰਦੀਆਂ ਸਾਡੇ ਕੋਲੋਂ ਜੀ, ਬੜੀਆਂ ਭੁੱਲਾਂ ਹੋਈਆਂ ਤੇ ਪਤਾ ਨਹੀਂ ਕਿੰਨੀਆਂ ਕਹਾਣੀਆਂ ਨੇ ਜੀ ਅਜੇ। ਮਨ 'ਚ ਇਹ ਭਾਵ ਰੱਖਣਾ ਵੀ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਵਿੱਚ ਬੈਠੇ ਸਾਡੀਆਂ ਭੁੱਲਾਂ ਬਖਸ਼ ਲਓ ਮਹਾਰਾਜ। ਪਿਆਰ ਨਾਲ ਆਖੋ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਾਰੇ ਕਹੋ, ਕੋਈ ਰਸਨਾ ਵਾਂਝੀ ਨਾ ਰਹੇ। ਆਖੋ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸੋਈ ਭਗਤ ਸੰਤ ਸੋ ਗਿਆਨੀ। ਹਜੂਰ ਮਹਾਰਾਜ ਉਸ ਸੰਤ ਨੂੰ ਕਹਿ ਰਹੇ, ਉਹਨੂੰ ਅੱਗੋਂ ਤੋਰ ਰਹੇ ਨੇ ਨਾ ਇਸ ਰਸਤੇ ਤੇ। ਮਹਾਰਾਜ ਕਹਿੰਦੇ ਭਗਤ ਉਹ ਹੈ, ਸੰਤ ਉਹ ਹੈ, ਗਿਆਨੀ ਉਹ ਹੈ। ਹਾਂਜੀ, ਸੋਈ ਤਤ ਬੇਤਾ ਗੁਣ ਖਾਨੀ। ਤਤ ਬੇਤਾ ਵੀ ਉਹ ਹੈ, ਬਿਲਕੁਲ ਸਿਆਣਾ ਜੀ, ਬ੍ਰਹਮ ਗਿਆਨੀ ਜਿਹਨੂੰ ਕਹਿੰਦੇ ਜੀ। ਬ੍ਰਹਮ ਗਿਆਨੀ ਤਤ ਕਾ ਬੇਤਾ। ਹਾਂਜੀ, ਧੰਨ ਪੁਰਖ ਤਿਨ ਲੀਨ ਸਲਾਹਾ। ਬਿਨ ਇੱਕ ਜਾਣੇ ਅਖਿਲ ਫਨਾਹਾ। ਉਹ ਪੁਰਖ ਧੰਨ ਨੇ ਜਿਨ੍ਹਾਂ ਸਾਰਿਆਂ ਨੇ ਇਹ ਗੱਲ ਸਮਝ ਲਈ ਵੀ ਨਾਮ ਹੀ ਕੰਮ ਆਉਣਾ, ਬਾਕੀ ਸਭ ਕੁਝ ਇੱਕ ਦਿਨ ਖਤਮ ਹੋ ਜਾਣਾ ਹੈ ਜੀ। ਹੁਣ ਅਖਵਾਵੇ ਤੇ ਆਪਣੇ ਆਪ ਨੂੰ ਸੰਤ, ਲੋਕਾਂ ਵਿੱਚ ਇਉਂ ਬਣੇ ਵੀ ਜਿਵੇਂ ਮੈਂ ਬੜਾ ਵੱਡਾ ਭਗਤ ਹੈਗਾ, ਮੈਂ ਬਹੁਤ ਵੱਡਾ ਗੁਰਸਿੱਖ ਹੈਗਾ, ਪਰ ਸੰਸਾਰ ਨਾਲ ਪੱਕੀ ਗੰਢ ਪਾਈ ਹੋਵੇ ਜੀ, ਹੋਵੇ ਮਾਇਆ ਦਾ ਭਗਤ, ਤੇ ਗੱਲ ਨਹੀਂ ਨਾ ਬਣਨੀ। ਫਿਰ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਸੰਤ ਜੀ, ਸੰਤ ਉਹ ਹੈਗਾ ਜੇ ਜਿਹੜਾ ਇਹ ਗੱਲ ਸਮਝ ਲਵੇ ਵਾਹਿਗੁਰੂ ਤੋਂ ਬਗੈਰ ਸਭ ਝੂਠ ਹੈ ਤੇ ਨਾਸ ਹੋਣ ਵਾਲਾ ਹੈ ਜੀ। ਬਿਨ ਇੱਕ ਜਾਣੇ ਅਖਲ ਫਨਾਹਾ। ਇੱਕ ਰੱਬ ਤੋਂ ਜਾਣਨ ਤੋਂ ਬਗੈਰ ਬਾਕੀ ਸਭ ਕੁਝ ਨਾਸ ਹੋ ਜਾਣਾ ਜੀ। ਸਾਡੇ ਕਿੱਡੇ ਕਿੱਡੇ ਵੱਡੇ ਵੱਡੇ ਸਿਆਣੇ ਬੰਦੇ ਹੋਏ ਜੀ, ਤੁਸੀਂ ਆਪਣੇ ਪਰਿਵਾਰ 'ਚ ਵੇਖ ਲਓ, ਤੇ ਪਰਿਵਾਰ ਛੱਡ ਕੇ ਪੰਥ 'ਚ ਵੇਖ ਲਓ, ਕੌਮ 'ਚ ਵੇਖ ਲਓ, ਬੜੇ ਬੜੇ ਚੰਗੇ ਬੰਦੇ ਵੀ ਹੋਏ ਆ। ਸਮੇਂ ਦੇ ਨਾਲ ਸਾਰਿਆਂ ਨੂੰ ਜਾਣਾ ਹੀ ਪਿਆ ਜੀ, ਜਾਣਾ ਹੀ ਪਿਆ ਜੀ। ਪਰ ਰੱਬ ਤੇ ਸਦਾ ਹੀ ਹੈ ਨਾ ਜੀ, ਵਾਹਿਗੁਰੂ ਤੇ ਸਦਾ ਹੀ ਹੈ ਨਾ। ਹਾਂਜੀ, ਬਿਨ ਸੁਨ ਸਤਿਗੁਰ ਕੇ ਬਾਕ ਸੋ ਸਾਧੂ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਪਵਿੱਤਰ ਬਚਨ ਸੁਣੇ ਜਦੋਂ ਉਸ ਸਾਧੂ ਨੇ, ਜਾਣੇ ਇਹ ਅਵਤਾਰ ਅਗਾਧੂ। ਉਹਦੇ ਮਨ 'ਚ ਗੁਰੂ ਜੀ ਦੀ ਮਹਿਮਾ ਵਸੀ ਜੀ। ਉਹਨੇ ਪਤਾ ਕੀ ਸੋਚ ਲਿਆ, ਉਹਦੇ ਮਨ 'ਚ ਪੱਕਾ ਹੀ ਹੋ ਗਿਆ ਵੀ ਇਹ ਸਧਾਰਨ ਪੁਰਸ਼ ਨਹੀਂ ਹੈਗੇ,
ਇਹ ਅਵਤਾਰ ਨੇ ਰੱਬ ਦੇ ਬੜੇ ਵੱਡੇ। ਕਾਰਨ ਇਹ ਹੈ ਮੇਰੇ ਵਰਗੇ ਬੰਦੇ ਬੜੇ ਬੋਲਦੇ ਰਹਿੰਦੇ, ਦਿਨ ਰਾਤ ਬੋਲਦੇ ਰਹਿੰਦੇ, ਅਸਰ ਹੀ ਕੋਈ ਨਹੀਂ ਹੁੰਦਾ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਅਸਰ ਹੀ ਕੋਈ ਨਹੀਂ ਹੁੰਦਾ ਜੀ। ਜਦੋਂ ਮਹਾਰਾਜ ਬਚਨ ਕਰ ਰਹੇ ਸਨ ਨਾ ਜੀ, ਬਚਨ ਉਸ ਸੰਤ ਦੇ ਇੱਥੇ ਵੱਜਣ ਜੀ, ਅਸਰ ਹੋਵੇ ਜੀ ਉਹਦੇ ਮਨ ਤੇ ਜੀ। ਹਾਂਜੀ, ਕਿਰਪਾ ਦ੍ਰਿਸ਼ਟ ਤੇ ਭਇਓ ਨਿਹਾਲ। ਇਸ ਚੀਜ਼ ਦੀ ਬੜੀ ਲੋੜ ਹੈਗੀ ਹੈ। ਇਹ ਮੰਗਿਆ ਕਰੋ, ਧਿਆਨ ਦਿਓ ਇੱਧਰ, ਇਹ ਮੰਗਿਆ ਕਰੋ ਮਹਾਰਾਜ ਕੋਲੋਂ। ਪਤਾ ਕਿਹੜੀ ਜੀ? ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਉਸ ਸੰਤ ਵੱਲ ਮਿਹਰ ਦੀ ਦ੍ਰਿਸ਼ਟੀ ਨਾਲ ਦੇਖ ਦਿੱਤਾ ਜੀ। ਜਦੋਂ ਮਿਹਰ ਦੀ ਦ੍ਰਿਸ਼ਟੀ ਨਾਲ ਦੇਖਿਆ ਉਹਦੇ ਵੱਲ, ਉਹ ਨਿਹਾਲ ਹੋ ਗਿਆ। ਜਿੱਥੇ ਨਾਮ ਜਪਣ ਵਿੱਚ ਉਹਨੂੰ ਅੜਚਣ ਆਉਂਦੀ ਸੀ, ਜਿੱਥੇ ਉਹ ਅੜਿਆ ਪਿਆ ਸੀ ਨਾ ਜੀ, ਉਹ ਨਿਹਾਲ ਹੋ ਗਿਆ ਤੇ ਤੁਰ ਪਿਆ ਜੀ ਉਹ ਅੱਗੇ ਜੀ। ਉਹਦੀ ਗੱਲ ਬਣ ਗਈ ਜੀ। ਬਾਣਾ ਪਾਇਆ, ਸਭ ਕੁਝ ਪਾਇਆ। ਚੇਤਾ ਰੱਖਿਓ, ਜੇ ਵਿੱਚ ਕਨੈਕਸ਼ਨ ਹੀ ਨਹੀਂ ਹੈਗਾ ਤੇ ਫਾਇਦਾ ਕੋਈ ਨਹੀਂ ਹੈਗਾ ਜੀ। ਹਾਂਜੀ, ਆ ਸਵਿਚ ਬੋਰਡ ਵੀ ਲੱਗਾ ਹੋਵੇ, ਟਿਊਬਾਂ ਵੀ ਲੱਗੀਆਂ ਹੋਣ, ਸਭ ਕੁਝ ਲੱਗਾ ਹੋਵੇ, ਪਰ ਜੇ ਪਿੱਛੋਂ ਬਿਜਲੀ ਦਾ ਕਨੈਕਸ਼ਨ ਹੀ ਹੈਗਾ ਤੇ ਜਗੂਗਾ ਕਿਵੇਂ ਜੀ ਸਾਰਾ ਕੁਝ? ਕਨੈਕਸ਼ਨ ਤੇ ਚਾਹੀਦਾ ਨਾ ਜੀ। ਕਨੈਕਸ਼ਨ ਹੋਏਗਾ ਤੇ ਗੱਲ ਬਣੇਗੀ। ਗੁਰੂ ਸਾਹਿਬ ਨੇ ਮਿਹਰ ਕੀਤੀ ਜੀ, ਉਹਦਾ ਕਨੈਕਸ਼ਨ ਜੋੜ ਦਿੱਤਾ ਜੀ। ਜਿਹੜਾ ਟੁੱਟ ਚੁੱਕਾ ਸੀ ਨਾ ਜੀ, ਉਹ ਜੋੜ ਦਿੱਤਾ ਜੀ। ਹਾਂਜੀ, ਤਬ ਗੁਰ ਮਹਿਮਾ ਲਖੀ ਵਿਸਾਲ। ਹੁਣ ਜਿਹੜਾ ਸਾਡੇ ਅੰਦਰ ਮਿਹਰ ਕਰਦੇ, ਨਾਮ ਚਲਾ ਦੇ, ਸਾਨੂੰ ਹੀ ਪਤਾ ਵੀ ਉਹ ਕਿੰਨਾ ਵੱਡਾ ਹੋਏਗਾ ਜੀ। ਜਦੋਂ ਉਸ ਸੰਤ ਨੂੰ ਗੁਰੂ ਸਾਹਿਬ ਨੇ ਕਰਤਾ ਨਿਹਾਲ, ਉਹ ਸਮਝ ਗਿਆ, ਗੁਰੂ ਜੀ ਦੀ ਮਹਿਮਾ ਨੂੰ ਸਮਝ ਗਿਆ, ਇਹ ਕਿਹੜੀਆਂ ਕਿਹੜੀਆਂ ਦਾਤਾਂ ਦੇਣ ਵਾਲੇ ਨੇ। ਬੜਾ ਸੁੱਖ, ਬੜਾ ਆਨੰਦ ਮਿਲਦਾ ਜੇ ਜਦੋਂ ਸੰਗਤ ਦੀ ਅੰਦਰ ਨਾਮ ਦੀ ਦਾਤ ਚੱਲ ਜਾਂਦੀ ਨਾ ਕਿਸੇ ਦੇ ਅੰਦਰ, ਉਹਨੂੰ ਪੁੱਛ ਕੇ ਵੇਖੋ ਤੇਰੇ ਅੰਦਰ ਕੀ ਬਣ ਗਿਆ ਜੀ। ਆਹ ਰਸ ਗੱਲਾਂ ਤੇ ਫਿਰ ਫਿੱਕੀਆਂ ਲੱਗਣ ਲੱਗ ਪੈਂਦੀਆਂ ਜੀ, ਜਦੋਂ ਰੱਬ ਦੀ ਮਿਹਰ ਹੋ ਜਾਂਦੀ ਬੰਦੇ ਉੱਤੇ ਜੀ। ਹਾਂਜੀ, ਧੰਨ ਧੰਨ ਗੁਰ ਕਹਿ ਸੁਭ ਬਾਣੀ। ਉਹ ਸੰਤ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਧੰਨ ਧੰਨ ਕਹਿਣ ਲੱਗਾ। ਲਓ ਤੁਸੀਂ ਵੀ ਪਿਆਰ ਨਾਲ ਕਹੋ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਕਿਉਂ? ਮਹਾਰਾਜ ਨੇ ਉਹਦਾ ਕਨੈਕਸ਼ਨ ਜੋੜ ਦਿੱਤਾ ਜੀ, ਉਹਦੇ ਤੇ ਮਿਹਰ ਕਰ ਦਿੱਤੀ, ਉਹਦੇ ਤੇ ਬਖਸ਼ਿਸ਼ ਕਰ ਦਿੱਤੀ। ਉਹ ਮਹਾਰਾਜ ਨੂੰ ਧੰਨ ਧੰਨ ਕਹਿਣ ਲੱਗਾ ਜੀ। ਹਾਂਜੀ, ਪਦ ਅਰਬਿੰਦ ਬੰਦਨਾ ਠਾਨੀ। ਸੱਚੇ ਪਾਤਸ਼ਾਹ ਜੀ ਦੇ ਸੋਹਣੇ ਚਰਨਾਂ ਤੇ ਉਹਨੇ ਫਿਰ ਮੱਥਾ ਟੇਕਿਆ। ਉਮਰ ਵਿੱਚ ਬੜਾ ਵੱਡਾ ਸੀਗਾ ਗੁਰੂ ਹਰਗੋਬਿੰਦ ਸਾਹਿਬ ਤੋਂ, ਤੇ ਸਤਿਗੁਰੂ ਜੀ ਦੀ ਉਮਰ 12-13 ਸਾਲਾਂ ਦੀ ਜੀ। ਉਹਦੀ ਉਮਰ ਕਈ 100 ਸਾਲ ਸੀਗੀ ਜੀ। ਹਾਂਜੀ, ਉਹਨੇ ਫਿਰ ਵੇਖਿਆ ਨਹੀਂ ਜੀ, ਉਮਰ ਦਾ ਨਹੀਂ ਉਹਨੇ ਫਰਕ ਸਮਝਿਆ, ਉਹਨੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਜੀ। ਹਾਂਜੀ, ਸੰਸੈਹੀਨ ਭਇਓ ਉਰ ਮੇਰਾ। ਕਹਿਣ ਲੱਗਾ ਮਹਾਰਾਜ ਤੁਸੀਂ ਮੇਰੇ ਤੇ ਮਿਹਰ ਕੀਤੀ, ਮੇਰਾ ਸ਼ੰਕਾ ਹੀ ਦੂਰ ਕਰ ਦਿੱਤਾ, ਮੇਰੇ ਤੇ ਮਿਹਰ ਕਰ ਦਿੱਤੀ, ਸ਼ੰਕਾ ਨਹੀਂ ਤੇ ਅੱਗੇ ਤੁਰਨ ਦਿੰਦਾ। ਕੱਲ ਵੀ ਬੇਨਤੀ ਕੀਤੀ, ਦੁੱਧ ਬੜਾ ਹੋਵੇ, ਕਾਂਜੀ ਦੀ ਛਿੱਟ ਮਾੜੀ ਜੀ ਸਾਰਾ ਦੁੱਧ ਫਟਾ ਦਿੰਦੀ ਹੈ ਜੀ। ਸ਼ੰਕਾ ਬੜੀ ਮਾੜੀ ਚੀਜ਼ ਹੈ ਜੀ, ਹਿਰਦਾ ਮਲੀਨ ਕਰ ਦਿੰਦੀ ਆ। ਸੱਚੇ ਪਾਤਸ਼ਾਹ ਹੁਣ ਮੇਰਾ ਸ਼ੰਕਾ ਦੂਰ ਹੋ ਗਿਆ। ਹਾਂਜੀ, ਸੁਨਤ ਬਾਕ ਅਰ ਦਰਸ਼ਨ ਹੇਰਾ। ਬਚਨ ਸੁਣੇ, ਦਰਸ਼ਨ ਕੀਤੇ, ਮੈਂ ਨਿਹਾਲ ਹੋ ਗਿਆ। ਕਹਿਣ ਲੱਗਾ ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਬੜੇ ਵੱਡੇ ਨੇ ਜੀ, ਇੰਨੇ ਵੱਡੇ ਨੇ, ਇੰਨੇ ਵੱਡੇ ਨੇ ਕਿ ਮੈਂ ਕੀ ਲੱਖ ਗਿਆਨੀ ਕਥਾ ਵਾਲਾ ਇਕੱਠਾ ਹੋ ਜੇ, ਗੁਰੂ ਜੀ ਨੂੰ ਦਿਨ ਰਾਤ ਵੱਡਾ ਵੱਡਾ ਕਹਿੰਦਾ ਰਵੇ, ਤਾਂ ਵੀ ਗੁਰੂ ਸਾਹਿਬ ਜੀ ਨੂੰ ਮੁਕੰਮਲ ਕਿੰਨੇ ਕੁ ਵੱਡੇ ਦੱਸਿਆ ਨਹੀਂ ਜਾ ਸਕਦਾ ਜੀ। ਗੁਰੂ ਹਰਗੋਬਿੰਦ ਸਾਹਿਬ ਤੇ ਬਹੁਤ ਵੱਡੇ ਨੇ ਨਾ, ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਪਿਆਰੇ ਸਿੱਖ ਨੇ, ਨਾਮ ਜਪਣ ਵਾਲੇ ਸਿੱਖ ਨੇ, ਉਹਨਾਂ ਦੇ ਦਰਸ਼ਨ ਕਰਕੇ ਵੀ ਲੋਕਾਂ ਦਾ ਭਲਾ ਹੋ ਜਾਂਦਾ ਜੀ।
ਹਾਂਜੀ ਜਾਏ ਆਪਣੇ ਥਾਨ ਰਹਿਓ ਹੈ। ਤੁਹਾਡਾ ਦਰਸ਼ਨ ਕੀਤਾ ਮੇਰਾ ਭਲਾ ਹੋ ਗਿਆ। ਮਹਾਰਾਜ ਕਹਿੰਦੇ ਫਿਰ ਚੱਲੋ ਹੁਣ ਆਪਣੀ ਜਗ੍ਹਾ ਤੇ ਚੱਲੋ। ਉਹ ਫਿਰ ਜਿੱਥੇ ਰਹਿੰਦਾ ਸੀਗਾ ਮਜਨੂ ਟਿੱਲੇ ਇੱਕ ਪਾਸੇ ਝੌਂਪੜੀ ਵਿੱਚ ਰਹਿੰਦਾ ਸੀ, ਉੱਥੇ ਚਲੇ ਗਿਆ ਜੀ। ਚਿਤਵਤ ਚਿਤ ਜੋ ਗੁਰੂ ਕਹਿਓ ਹੈ। ਹਾਂ ਇਹ ਗੱਲ ਬੜੀ ਜ਼ਰੂਰੀ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਕਥਾ ਸੁਣ ਲਈ ਇੱਥੇ ਹੀ ਛੱਡ ਜਾਣੀ ਬਹੁਤਿਆਂ ਨੇ ਜੀ। ਹਾਲ ਜੀ ਕਥਾ ਰਹਿ ਜਾਂਦੀ, ਹਾਲ ਜੀ ਜੀ ਬਾਹਰ ਨਿਕਲਦੇ ਆ ਸਾਰੀ ਹੋਰ ਕੰਮ ਚੇਤਾ ਜੀ। ਇਦਾਂ ਹੀ ਹੈ ਨਾ ਜੀ। ਹਾਲ ਚ ਹੀ ਕਥਾ ਰਹਿ ਜਾਣੀ ਜੀ, ਕਰਨ ਵਾਲੇ ਦੀ ਵੀ ਤੇ ਸੁਣਨ ਵਾਲੇ ਦੀ ਵੀ। ਇਹ ਫਿਰ ਸੰਤ ਜਿਹੜਾ ਸੀ ਨਾ ਜੀ, ਜੋ ਮਹਾਰਾਜ ਨੇ ਉਹਨੂੰ ਦੱਸਿਆ, ਸਾਰੀ ਸਾਰੀ ਰਾਤ ਸਾਰਾ ਸਾਰਾ ਦਿਨ ਬਹਿ ਕੇ ਉਹਨੂੰ ਸੋਚਦਾ ਰਹਿੰਦਾ ਹੁੰਦਾ ਸੀਗਾ ਜੀ। ਉਹਦੇ ਤੇ ਮਿਹਨਤ ਕਰਦਾ ਹੁੰਦਾ ਸੀਗਾ ਜੀ। ਹਾਂਜੀ। ਡੇਢ ਜਾਮਨਿਸ ਗਈ ਬਤੀਤ। ਡੇਢ ਪੈਰ ਰਾਤ ਤੱਕ ਲੰਮਾ ਸਮਾਂ, ਲਗਭਗ 3-4 ਘੰਟੇ ਰਾਤ ਦੇ ਗੁਰੂ ਹਰਗੋਬਿੰਦ ਸਾਹਿਬ ਉਸ ਸੰਤ ਨਾਲ ਗੱਲਾਂ ਕਰਦੇ ਰਹੇ ਜੀ। ਇੰਨਾ ਲੰਮਾ ਸਮਾਂ ਗੱਲਬਾਤ ਕੀਤੀ ਉਹਦੇ ਨਾਲ ਜੀ। ਹਾਂਜੀ। ਉਪਦੇਸ਼ਿਓ ਲਖ ਕੈ ਯੁੱਤ ਪ੍ਰਤੀਤ। ਉਹਦਾ ਪ੍ਰੇਮ ਵੇਖ ਕੇ ਉਪਦੇਸ਼ ਦਿੱਤਾ ਮਹਾਰਾਜ ਨੇ ਜੀ। ਪ੍ਰੇਮ ਹੋਵੇ ਨਾ, ਉਪਦੇਸ਼ ਮੰਗੇ ਨਹੀਂ ਗੱਲ ਬਣਦੀ ਜੀ। ਉਹਦਾ ਪ੍ਰੇਮ ਵੇਖ ਕੇ ਸੱਚੇ ਪਾਤਸ਼ਾਹ ਨੇ 3-4 ਘੰਟੇ ਉਹਦੇ ਲਾਗੇ ਬੈਠ ਕੇ ਬਚਨ ਬਿਲਾਸ ਕੀਤੇ ਮਹਾਰਾਜ ਨੇ। ਹਾਂਜੀ। ਪੁੰਨ ਸਤਿਗੁਰ ਸ੍ਰੀ ਹਰਗੋਬਿੰਦ। ਫਿਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਭਏ ਅਰੂੜ ਪਰਅੰਕ ਬਿਲੰਦ। ਮਹਾਰਾਜ ਆਪਣੇ ਪਲੰਗੇ ਦੇ ਉੱਤੇ ਆਰਾਮ ਕਰਨ ਲੱਗ ਪਏ ਜੀ। ਸਰੀਰ ਦਾ ਸੁਭਾਅ ਹੈ, ਉਂਝ ਗੁਰੂ ਜੀ ਨੂੰ ਆਰਾਮ ਕਰਨ ਦੀ ਲੋੜ ਨਹੀਂ ਹੈਗੀ, ਪਰ ਮਹਾਰਾਜ ਸਰੀਰ ਦੀ ਮਰਿਆਦਾ ਵਿੱਚ ਵੀ ਰਹਿੰਦੇ ਹੈ। ਇਹਦੀ ਮਰਿਆਦਾ ਵੀ ਨਿਭਾਉਣੀ ਜ਼ਰੂਰੀ ਹੈ। ਸੋ ਮਹਾਰਾਜ ਆਰਾਮ ਕਰਨ ਲੱਗ ਗਏ। ਪੌੜ ਰਹੇ ਸੁਖ ਪਾਏ ਵਡੇਰੇ। ਮਹਾਰਾਜ ਜੀ ਆਰਾਮ ਕਰਦਿਆਂ ਖੂਬ ਸੁਖ ਪਾਇਆ। ਸਾਵਧਾਨ ਚਾਕਰ ਬਹੁਤ ਫੇਰੇ। ਤੇ 4 ਚੁਫੇਰੇ ਨੌਕਰ ਸਾਵਧਾਨ ਹੋ ਕੇ ਪਹਿਰਾ ਦੇ ਰਹੇ। ਚਾਕਰ ਅਸੀਂ ਵੀ ਚਾਕਰ ਹੀ ਆ ਸਾਰੇ ਗੁਰੂ ਜੀ ਦੇ ਸਿੱਖ। ਚਾਕਰ ਕਿਹਨੂੰ ਕਹਿੰਦੇ ਭਲਾ? ਜਿਹੜਾ ਚਾਅ ਨਾਲ ਸੇਵਾ ਕਰਦਾ ਹੈ ਜੀ। ਚਾਕਰ ਲੱਗੇ ਚਾਕਰੀ, ਚਾਅ ਕਰੀ, ਚਾਅ ਦੇ ਨਾਲ ਸੇਵਾ ਕਰਦਾ ਜੀ ਜਿਹੜਾ। ਆਖੋ ਵਾਹਿਗੁਰੂ। ਪਿਆਰੇ ਸਿੱਖ ਜਿਹੜੇ ਚਾਕਰ ਹਨ, ਸਾਧ ਸੰਗਤ ਜੀ, ਉਹ ਬਰਛੇ ਲੈ ਕੇ ਸਾਵਧਾਨ ਹੋ ਕੇ ਪਹਿਰੇ ਦੇ ਰਹੇ ਨੇ। ਹਾਂਜੀ। ਦੋਹਰਾ ਨਿਸਾ ਜਾਮ ਜਾਗੇ ਗੁਰੂ ਕੀਨੋ ਸੋਚ ਇਸ਼ਨਾਨ। ਪੈਰ ਰਾਤ ਰਹਿੰਦਿਆਂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਮਹਾਰਾਜ ਜਾਗ ਗਏ ਹਨ, ਇਸ਼ਨਾਨ ਕੀਤਾ। ਆਸਨ ਕਰ ਆਸੀਨ ਤਬ ਨਿਜ ਸਰੂਪ ਧਰ ਧਿਆਨ। ਤੇ ਮਹਾਰਾਜ ਆਸਣ ਲਾ ਕੇ ਬੈਠ ਗਏ, ਨਿਜ ਸਰੂਪ ਵਿੱਚ ਧਿਆਨ ਜੋੜ ਲਿਆ, ਸਮਾਧੀ ਲਾ ਲਈ। ਇਹ ਅਵਸਥਾ ਕਿਸੇ ਵਿਰਲੇ ਵਿਰਲੇ ਦੀ ਹੈਗੀ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਉਹ ਮੇਰੇ ਵਰਗਾ ਬੰਦਾ ਚਲੋ ਨਕਲ ਹੀ ਕਰਨ ਲੱਗ ਪਏ। ਹਾਂਜੀ। ਅੱਖਾਂ ਬੰਦ ਕਰਕੇ ਬਹਿ ਜੇ ਵੀ ਮੈਂ ਵੀ ਸਮਾਧੀ ਲਾਉਣ ਲੱਗਾ, ਮਨ ਤੇ ਬੜੀਆਂ ਥਾਵਾਂ ਤੇ ਜਾਂਦਾ ਜੀ। ਮਹਾਰਾਜ ਨਿਜ ਸਰੂਪ 'ਚ ਧਿਆਨ ਲਾ ਕੇ ਬੈਠ ਗਏ। ਹਾਂਜੀ। ਚੌਪਈ ਆਸਾ ਵਾਰ ਰਬਾਬੀ ਗਾਵੇਂ। ਉਧਰੋਂ ਦੀਵਾਨ ਲੱਗਾ ਜੀ। ਆਸਾ ਜੀ ਦੀ ਵਾਰ ਦਾ ਕੀਰਤਨ ਰਬਾਬੀ ਸਿੱਖ ਬੜੇ ਪਿਆਰ ਨਾਲ ਗਾ ਰਹੇ ਹੈ। ਰਾਗ ਰਾਗਨੀ ਰੁਚਿਰ ਬਣਾਵੇਂ। ਰਾਗਾਂ ਵਿੱਚ ਤੇ ਰਾਗਣੀਆਂ ਦੇ ਵਿੱਚ 2 ਚੀਜ਼ਾਂ ਨੇ ਜੀ। ਕੱਜ ਕੇ ਆਖੋ ਵਾਹਿਗੁਰੂ। ਰਾਗ ਵੀ ਨੇ ਤੇ ਰਾਗਣੀਆਂ ਵੀ ਹਨ। ਰਾਗਾਂ ਵਿੱਚ ਤੇ ਰਾਗਣੀਆਂ ਦੇ ਵਿੱਚ ਉਹਨਾਂ ਨੇ ਕੀਰਤਨ ਕੀਤਾ। ਕੇਤਿਕ ਸਿੱਖ ਸੁਨਹਿ ਤੇ ਆਏ। ਕਈ ਸਿੱਖ ਉੱਥੇ ਬੈਠੇ ਐ, ਕੀਰਤਨ ਸੁਣਨ ਲੱਗ ਪਏ। ਚੇਤਾ ਰੱਖਿਓ, ਜਿਹਦੀ ਕੀਰਤਨ ਸੁਣਦਿਆਂ ਸੁਰਤ ਜੁੜਨ ਲੱਗ ਪਏ, ਸਮਝੋ ਗੱਲ ਬਣਨ ਲੱਗ ਪਈ ਹੈ। ਆਖੋ ਵਾਹਿਗੁਰੂ। ਕਿਤਕ ਕੰਠ ਤੇ ਪਾਠ ਅਲਾਏ। ਕਈਆਂ ਨੂੰ ਜ਼ੁਬਾਨੀ ਪਾਠ ਯਾਦ ਸੀਗਾ ਜੀ। ਅੰਮ੍ਰਿਤ ਵੇਲਾ ਹੈ, ਉਹ ਜ਼ੁਬਾਨੀ ਪਾਠ ਕਰ ਰਹੇ ਆ ਜੀ।
ਹਾਂਜੀ। ਸਤਨਾਮ ਸਿਮਰਤ ਸਭ ਡੇਰੇ। ਕਈ ਆਪਣੇ ਡੇਰੇ ਵਿੱਚ ਰਹਿ ਕੇ, ਆਪਣੇ ਤੰਬੂ 'ਚ ਰਹਿ ਕੇ ਗੁਰ ਮੰਤਰ ਦਾ ਅਭਿਆਸ ਕਰ ਰਹੇ ਆ। ਵਾਹਿਗੁਰੂ 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 ਜਾਪ ਕਰ ਰਹੇ ਆ। ਜਨ ਅੰਮ੍ਰਿਤ ਬਰਖੰਤ ਬਡੇਰੇ। ਇੰਜ ਮਹਿਸੂਸ ਹੁੰਦਾ ਸੀਗਾ ਜਿਵੇਂ ਅੰਮ੍ਰਿਤ ਦੀ ਵਰਖਾ ਹੋ ਰਹੀ ਹੋਵੇ ਜੀ। ਵਰਿਆ ਦਰਗਹ ਗੁਰੂ ਕੀ ਕੁਦਰਤੀ ਨੂਰ। ਹਾਂਜੀ। ਪ੍ਰਾਤ ਹੋਤ ਲੋ ਸਤਿਗੁਰ ਬਾਣੀ, ਪਠਤ ਸੁਨਤ ਕਰ ਪ੍ਰੀਤ ਮਹਾਨੀ। ਸਵੇਰ ਹੋਣ ਤੱਕ, ਦਿਨ ਚੜ੍ਹਨ ਤੱਕ ਮਹਾਰਾਜ ਬਾਣੀ ਦਾ ਪਾਠ ਸੁਣਦੇ ਰਹੇ ਜੀ। ਆਸਾ ਜੀ ਦੀ ਵਾਰ, ਕਥਾ ਕੀਰਤਨ। ਹਾਂਜੀ। ਸੂਰ ਉਦੈ ਸਭ ਸੂਰ ਸੋ ਆਏ, ਗੁਰ ਤੰਬੂ ਦਰ ਪਰ ਸਮਦਾਏ। ਸੂਰਜ ਚੜ੍ਹਨ ਤੇ ਨਾਲ ਸਾਰੇ ਸੂਰਮੇ ਆ ਗਏ, ਤਿਆਰ ਬਰ ਤਿਆਰ ਹੋ ਕੇ ਵੱਡਾ ਦੀਵਾਨ ਸਜਿਆ ਜੀ। ਸ਼੍ਰੀ ਹਰਗੋਬਿੰਦ ਚੰਦ ਆਨਿੰਦੇ, ਬਿਕਸੇ ਜੁਗ ਲੋਚਨ ਅਰਬਿੰਦੇ। ਸੱਚੇ ਪਾਤਸ਼ਾਹ ਗਰੀਬ ਨਵਾਜ ਤਿਆਰ ਬਰ ਤਿਆਰ ਹੋ ਕੇ ਮਹਾਰਾਜ ਗਰੀਬ ਨਵਾਜ ਜੀ ਆਏ ਹਨ, ਸੇਵਕਾਂ ਦੇ ਵਿੱਚ ਬੈਠੇ ਆ ਜੀ। ਹਾਂਜੀ। ਸਿੱਖ ਮਸੰਦ ਸੇਵਕ ਸਮੁਦਾਏ, ਖਰੋ ਮੇਵਰੋ ਅਰਜ਼ ਅਲਾਏ। ਸਿੱਖ ਆਏ ਆ, ਦੀਵਾਨ ਸੱਜਿਆ, ਅੰਮ੍ਰਿਤ ਵੇਲੇ ਦਾ ਦੀਵਾਨ ਹੈ। ਦਿਨ ਵੈਸੇ ਚੜ੍ਹ ਗਿਆ ਜੀ। ਅੰਮ੍ਰਿਤ ਵੇਲਾ ਉਦੋਂ ਹੀ ਮੰਨਿਆ ਜਾਂਦਾ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਜੀ। ਦਿਨ ਚੜ੍ਹਨ ਦਾ ਦੀਵਾਨ ਹੈ ਇਹ। ਸੰਗਤਾਂ ਆ ਕੇ ਬੈਠ ਗਈਆਂ, ਸਤਿਗੁਰੂ ਜੀ ਸੱਜ ਗਏ ਜੀ। ਹਾਂਜੀ। ਖਰੋ ਮੇਵਰੋ ਅਰਜ਼ ਅਲਾਏ। ਅਰਦਾਸੀਆ ਸਿੱਖ ਖਲੋ ਕੇ ਸੰਗਤਾਂ ਦੀਆਂ ਅਰਦਾਸਾਂ ਕਰਨ ਲੱਗ ਪਿਆ ਜੀ। ਪੁਰਬਾਸੀ ਸਿੱਖ ਕਰੇ ਕਰਾਹਾ, ਆਵਨ ਲਾਗੇ ਗੁਰੂ ਕੇ ਪਾਹਾ। ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਹੋਣ ਲੱਗ ਪਈਆਂ ਜੀ। ਹਾਂਜੀ। ਖੂਬ ਦੇਗ ਤਿਆਰ ਹੋਈ, ਅਰਦਾਸ ਬੇਨਤੀ ਲੋਕ ਕਰਦੇ ਆ। ਹਾਂਜੀ। ਜਿਨਹੋਂ ਭਾਵਨੀ ਪੂਰਨ ਹੋਈ, ਅਰਪਨ ਲੱਗੇ ਆਨ ਕਰ ਸੋਈ। ਕਈਆਂ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਹੋਈਆਂ ਸੀਗੀਆਂ, ਉਹ ਦੇਗ ਬਣਾ ਬਣਾ ਕੇ ਲਿਆਉਣ, ਮਹਾਰਾਜ ਜੀ ਭੋਗ ਲਾਉਣ ਤੇ ਵਰਤਾਉਣ। ਹਾਂਜੀ। ਪੁਰ ਤੇ ਗੁਰ ਲਗ ਲਾਰੋ ਪਰਿਓ, ਦਰਸ਼ਨ ਕਰਨ ਪ੍ਰੇਮ ਉਰ ਭਰਿਓ। ਵਾਹ ਵਾਹ ਵਾਹ। ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਆਖੋ ਵਾਹਿਗੁਰੂ। ਇਹ ਨਾ ਮੌਕੇ ਬਾਰ-ਬਾਰ ਨਹੀਂ ਲੱਭਦੇ ਹੁੰਦੇ ਸੰਗਤ 'ਚ ਬੈਠ ਕੇ ਵਾਹਿਗੁਰੂ ਜਪਣ ਦੇ ਜੀ। ਪੂਰਾ ਜ਼ੋਰ ਲਾ ਕੇ ਇਕਾਗਰਤਾ ਨਾਲ, ਪ੍ਰੇਮ ਨਾਲ ਕਹੋ ਵਾਹਿਗੁਰੂ ਵਾਹਿਗੁਰੂ। ਗੁਰੂ ਹਰਗੋਬਿੰਦ ਸਾਹਿਬ ਬੈਠੇ ਨੇ, ਦੀਵਾਨ ਲੱਗਾ। ਕਹਿੰਦੇ ਸ਼ਹਿਰ, ਦਿੱਲੀ ਸ਼ਹਿਰ ਤੋਂ ਲੈ ਕੇ ਮਜਨੂੰ ਟਿੱਲੇ ਤੱਕ ਲਾਈਨਾਂ ਲੱਗ ਜਾਂਦੀਆਂ ਸੀ ਦਰਸ਼ਨਾਂ ਵਾਸਤੇ ਜੀ। ਆਪ ਰੱਬ ਨੇ, ਪਰਮੇਸ਼ਰ ਨੇ, ਗੁਰੂ ਹਰਗੋਬਿੰਦ ਸਾਹਿਬ। ਹਾਂਜੀ। ਪੁਰ ਤੇ ਗੁਰ ਲਗ ਲਾਰੋ ਪਰਿਓ, ਦਰਸ਼ਨ ਕਰਨ ਪ੍ਰੇਮ ਉਰ ਭਰਿਓ। ਜਿਨ੍ਹਾਂ ਦੇ ਮਨਾਂ ਵਿੱਚ ਦਰਸ਼ਨਾਂ ਦਾ ਪ੍ਰੇਮ ਭਰਿਆ ਹੋਇਆ ਜੀ। ਹਾਂਜੀ। ਉਹ ਲੰਮੀਆਂ ਲਾਈਨਾਂ 'ਚ ਆ ਕੇ ਲੱਗ ਗਏ ਐ ਤੇ ਦਰਸ਼ਨ ਕਰ ਰਹੇ। ਸੰਗਤ ਜੀ ਹੁਣ ਵੇਖ ਲਓ, ਮੈਂ ਬਿਲਕੁਲ ਸੱਚੀ ਗੱਲ ਕਰਾਂਗਾ ਜੀ। ਸਮੇਂ ਨੇ ਸਿਸਟਮ ਵਿਗਾੜ ਦਿੱਤਾ ਜੀ। ਥੋੜੀ ਥੋੜੀ ਵੇਥ ਤੇ ਗੁਰਦੁਆਰੇ ਬਣ ਗਏ ਜੀ, ਤੇ ਪ੍ਰੇਮ ਨਹੀਂ ਹੈਗਾ ਅੰਦਰ ਜੀ। ਗੁਰਦੁਆਰੇ ਖਾਲੀ ਨੇ ਜੀ। ਕਿਤੇ ਹੀ ਹੈ ਕਿਤੇ ਪ੍ਰੇਮ ਹੋਵੇ ਤੇ ਸੰਗਤਾਂ ਗੁਰੂ ਦੇ ਹਾਜ਼ਰੀ 'ਚ ਬੈਠੀਆਂ ਹੋਣ ਆ ਕੇ ਜੀ। ਦਰਸ਼ਨਾਂ ਦਾ ਪ੍ਰੇਮ ਹੋਵੇ ਜੀ ਅੰਦਰ ਜੀ। ਹਾਂਜੀ। ਕਹਿੰਦੇ ਆ ਦਰਸ਼ਨ ਕਰਨ ਪ੍ਰੇਮ ਉਰ ਭਰਿਓ। ਪ੍ਰੇਮ ਨਾਲ ਭਰਿਆ ਪਿਆ ਜਿਨ੍ਹਾਂ ਦਾ ਹਿਰਦਾ, ਉਹ ਲਾਈਨਾਂ 'ਚ ਲੱਗੇ ਹੋਏ ਦਰਸ਼ਨ ਕਰਨ ਵਾਸਤੇ ਜੀ। ਤੇ ਹੁਣ ਤੁਸੀਂ ਵੇਖ ਲਓ ਕਿੰਨੀਆਂ ਕੁ ਲਾਈਨਾਂ ਲੱਗਦੀਆਂ ਜੀ। ਪੰਥ 'ਚ 2-4 ਸਥਾਨ ਹੀ ਨੇ ਜਿੱਥੇ ਲਾਈਨਾਂ ਲੱਗਦੀਆਂ ਜੀ। ਪਿੰਡ ਦਾ ਗੁਰਦੁਆਰਾ ਖਾਲੀ ਪਿਆ ਹੁੰਦਾ ਜੀ। ਕਿਉਂ? ਅੰਦਰ ਪ੍ਰੇਮ ਨਹੀਂ ਹੈਗਾ ਜੀ। ਹਾਂਜੀ। ਕੋਸ ਸੈਂਕਰੇ ਜਿਨ ਹਿਤ ਜਾਤੇ, ਆਏ ਘਰ ਮੈਂ ਸੋ ਸੁਖ ਦਾਤੇ। ਪਤਾ ਮਨ 'ਚ ਕੀ ਵਿਚਾਰ ਕਰਦੇ ਆ? ਕਹਿੰਦੇ ਭਾਈ ਆ ਕੇ ਦਰਸ਼ਨ ਕਰ ਲਓ ਗੁਰੂ ਹਰਗੋਬਿੰਦ ਸਾਹਿਬ ਦੇ, ਨਹੀਂ ਤੇ ਸੈਂਕੜੇ ਕੋ ਚੱਲ ਕੇ ਜਾਣਾ ਅੰਮ੍ਰਿਤਸਰ ਤੇ ਫਿਰ ਦਰਸ਼ਨ ਹੋਣੇ ਸੀਗੇ। ਅੱਜ ਸਾਨੂੰ ਦਰਸ਼ਨ ਦੇਣ ਵਾਸਤੇ ਮਾਲਕ ਦਿੱਲੀ ਵਿੱਚ ਹੀ ਆ ਗਏ ਨੇ। ਹਾਂਜੀ।
ਕੋ ਅਸਮੰਦ ਭਾਗ ਹੋਇ ਭਾਰੇ ਜਾਏ ਨਹੀਂ ਗੁਰ ਦਰਸ ਨਿਹਾਰੇ। ਤੁਸੀਂ ਬੈਠੇ ਜੇ ਨਾ, ਆਖੋ ਪ੍ਰੇਮ ਨਾਲ ਵਾਹਿਗੁਰੂ। ਵਾਹਿਗੁਰੂ। ਸ਼ੁਕਰ ਕਰਿਆ ਕਰੀਏ, ਹੰਕਾਰ ਨਹੀਂ, ਮਾਣ ਨਹੀਂ, ਸ਼ੁਕਰ ਕਰਿਆ ਕਰੀਏ। ਕਿਉਂ? ਭਾਈ ਸੰਤੋਖ ਸਿੰਘ ਜੀ ਕਹਿੰਦੇ ਕੋ ਅਸਮੰਦ ਭਾਗ ਹੋਇਆ ਭਾਰੇ, ਕਿਸੇ ਦੇ ਮਾੜੇ ਹੀ ਭਾਗ ਹੋਣਗੇ ਜਿਹੜਾ ਜਾਏ ਨਹੀਂ ਗੁਰ ਦਰਸ਼ਨ ਨਿਹਾਰੇ, ਜਿਹੜਾ ਉਸ ਸਮੇਂ ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਕਰਦਾ ਜੀ। ਤੁਸੀਂ ਬੈਠੇ ਜੇ, ਤੁਹਾਡੇ ਭਾਗ ਚੰਗੇ, ਤੁਹਾਡੀ ਕਿਸਮਤ ਚੰਗੀ। ਇਮ ਆਪਸ ਮੈਂ ਕਹਿ ਚਾਲੇ। ਇਹ ਗੱਲਾਂ ਆਪਸ ਚ ਪ੍ਰੇਮੀ ਕਰਦੇ, ਚਲੋ ਭਾਈ ਚੱਲੀਏ ਮਹਾਰਾਜ ਦੇ ਦਰਸ਼ਨ ਕਰੀਏ। ਸੋਚ ਇਸ਼ਨਾਨਨ ਠਾਨ ਉਤਾਲੇ। ਫਿਰ ਸੋਚ ਇਸ਼ਨਾਨ ਕਰਕੇ, ਪਵਿੱਤਰਤਾ ਧਾਰਨ ਕਰਕੇ ਫਿਰ ਆਉਂਦੇ ਦਰਬਾਰ ਵਿੱਚ। ਲੈ ਲੈ ਸੰਗ ਕਰਾਹਾ ਉਮਾਹੇ ਚੱਲ ਆਵਤ ਸ਼੍ਰੀ ਸਤਿਗੁਰ ਪਾਹੇ। ਸੋ ਪਤਾ ਸੀਗਾ ਵੀ ਗੁਰੂ ਘਰ ਵਿੱਚ ਕੜਾਹ ਪ੍ਰਸ਼ਾਦ ਪ੍ਰਵਾਨ ਹੈ। ਮਹਾਰਾਜ ਕੜਾਹ ਪ੍ਰਸ਼ਾਦ ਖੁਸ਼ੀ ਨਾਲ ਛਕਦੇ ਆ, ਇਸ ਕਰਕੇ ਫਿਰ ਸੰਗਤ ਜੀ, ਪ੍ਰੇਮੀ ਸਿੱਖ ਜਿਹੜੇ ਆ, ਉਹ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਲੈ ਕੇ ਆ ਰਹੇ ਨੇ ਜੀ। ਹੁਣ ਬਾਦਸ਼ਾਹ ਨਾਲ ਸਤਿਗੁਰੂ ਜੀ ਦਾ ਮੇਲਾ ਹੋਏਗਾ, ਉਹ ਪ੍ਰਸੰਗ ਆਪਾਂ ਅਗਲੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ। ਗੁਰੂ ਜੀ ਨੇ ਆਪਣੇ ਤੇ ਮਿਹਰ ਕੀਤੀ ਹੈ, ਆਪਾਂ ਨੂੰ ਸੋਹਣਾ ਮੌਕਾ ਬਖਸ਼ਿਸ਼ ਕੀਤਾ ਹੈ। 2-4 ਮਿੰਟ ਗੁਰਮੰਤਰ ਦਾ ਜਾਪ ਕਰ ਲਈਏ, ਫਿਰ ਖਿਮਾ ਮੰਗਾਂਗਾ। ਕੋਈ ਰਸਨਾਬਾਜ਼ੀ ਨਾ ਰਹੇ, ਸਾਵਧਾਨ ਹੋਵੋ, ਪ੍ਰੇਮ ਨਾਲ ਐ ਲੱਕ ਸਿੱਧੇ ਕਰ ਲਓ, ਸਾਵਧਾਨਤਾ ਧਾਰਨ ਕਰੋ। ਹਾਂਜੀ, ਤੇ ਹੁਣ ਆਪਾਂ ਨਾਮ 'ਚ ਜੁੜਨਾ। ਕਿਹਦੇ 'ਚ ਜੁੜਨਾ? ਪਰਮੇਸ਼ਰ ਦੇ ਨਾਮ 'ਚ ਜੁੜਨਾ। ਸਭ ਸੰਗਤ ਗੱਜ ਕੇ ਕਹੋ ਵਾਹਿਗੁਰੂ। ਜਪ ਵਾਹਿਗੁਰੂ। ਇਹ ਮਨ 'ਚ ਭਾਵ ਕੀ ਰੱਖਣਾ ਵੀ ਮਹਾਰਾਜ ਸਾਨੂੰ ਬਖਸ਼ ਲਓ ਗਰੀਬਾਂ ਨੂੰ, ਇਹ ਭਾਵ ਰੱਖ ਕੇ ਬੋਲਣਾ ਵਾਹਿਗੁਰੂ। ਜਪ ਵਾਹਿਗੁਰੂ। ਵਾਹਿਗੁਰੂ। ਜਪ ਵਾਹਿਗੁਰੂ। ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। ਜਪ ਵਾਹਿਗੁਰੂ। 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 ਸੱਚੇ ਪਾਤਸ਼ਾਹ ਮਿਹਰਾਂ ਕਰਨ। ਤੁਸੀਂ ਕਥਾ ਸੁਣੀ ਹੈ ਨਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਰਬਾਰ ਲੱਗਾ, ਅੰਮ੍ਰਿਤ ਵੇਲਾ,
ਪ੍ਰੇਮੀ ਸਿੱਖ ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਹੇ, ਜਿਨ੍ਹਾਂ ਨੂੰ ਬਾਣੀ ਜ਼ੁਬਾਨੀ ਯਾਦ ਹੈ ਨਾ, ਉਹ ਗੁਰਬਾਣੀ ਦਾ ਨਿਤਨੇਮ ਕਰ ਰਹੇ ਤੇ ਕਈ ਵਾਹਿਗੁਰੂ ਵਾਹਿਗੁਰੂ ਜਪ ਰਹੇ ਜੀ। ਭਾਈ ਸੰਤੋਖ ਸਿੰਘ ਜੀ ਲਿਖਦੇ, ਇਉਂ ਲੱਗਦਾ ਜਿਵੇਂ ਅੰਮ੍ਰਿਤ ਹੀ ਵਰਸ ਰਿਹਾ ਹੋਵੇ ਜੀ, ਅੰਮ੍ਰਿਤ ਵਰਸ ਰਿਹਾ ਹੋਵੇ। ਜਿੱਥੇ ਬਾਣੀ ਹੋਏਗੀ, ਪਰਮੇਸ਼ਰ ਦਾ ਨਾਮ ਹੋਏਗਾ, ਉੱਥੇ ਅੰਮ੍ਰਿਤ ਹੀ ਹੈ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਮਹਾਰਾਜ ਜੀ ਨੇ ਬਾਦਸ਼ਾਹ ਨੂੰ ਮਿਲਣਾ, ਜੋ ਅੱਗੇ ਚੋਜ ਹੁੰਦਾ ਉਹ ਆਪਾਂ ਆਉਂਦੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। 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 ਸਭ ਸਿੱਖ ਸੰਗਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।